ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਦੇਖੋ, ਵੈਸੇ ਤਾਂ ਮੈਂ ਅਵੋਇਡ ਕਰ ਰਿਹਾ ਸੀ ਕਿ ਇਸ ਤਰੀਕੇ ਦੀ ਵੀਡੀਓ ਬਣਾਉਣ ਤੋਂ ਬਚਿਆ ਜਾਵੇ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਦਿੱਤੀ ਕੋਈ ਸਲਾਹ ਤੁਹਾਡੇ ਕਿਸ ਮਹਿਕਮੇ 'ਚ ਤੁਸੀਂ ਨੌਕਰੀ ਕਰਨੀ ਆ ਉਸ ਫੈਸਲੇ ਨੂੰ ਪ੍ਰਭਾਵਿਤ ਕਰੇ, ਕਿਉਂਕਿ ਇਹ ਤੁਹਾਡੀ ਆਪਣੀ ਨਿੱਜੀ ਚੋਇਸ ਹੋ ਸਕਦੀ ਹੈ। ਬਟ ਜੇ ਮੈਂ ਆਪਣੀ ਮਜਬੂਰੀ ਦੱਸਾਂ ਤਾਂ ਮੈਨੂੰ ਬਹੁਤ ਸਾਰੀਆਂ ਕਾਲਸ ਸਾਨੂੰ ਇਸ ਤਰੀਕੇ ਦੀ ਆ ਰਹੀਆਂ ਸੀ ਕਿ ਸਾਨੂੰ ਮਹਿਕਮਿਆਂ ਦੀ ਕਰਨੋਲੋਜੀ ਦੱਸੋ ਕਿ ਅਸੀਂ ਕਿਸ ਤਰੀਕੇ ਦੇ ਡਿਪਾਰਟਮੈਂਟ ਨੂੰ ਚੁਣ ਸਕਦੇ ਹਾਂ, ਕਿਸ ਤਰੀਕੇ ਦੇ ਡਿਪਾਰਟਮੈਂਟ ਨੂੰ ਅਸੀਂ ਅਵੋਇਡ ਕਰੀਏ। ਅਤੇ ਇਹਦੇ 'ਤੇ ਕੋਈ ਕਾਮਨ ਜੀ ਵੀਡੀਓ ਹੋ ਸਕਦੀ ਹੈ ਕਿ ਦੇਖੋ, ਹਰ ਇੱਕ ਦੀ ਆਪੋ ਆਪਣੀ ਚੋਇਸ ਆ, ਹਰ ਇੱਕ ਦੀਆਂ ਆਪੋ ਆਪਣੀਆਂ ਜ਼ਰੂਰਤਾਂ ਨੇ, ਤਾਂ ਹਰ ਇੱਕ ਦੀ ਆਪੋ ਆਪਣੀ ਡਿਮਾਂਡ ਹੋਊਗੀ ਉਹਦੇ ਅਕੋਰਡਿੰਗ, ਤਾਂ ਉਹਦੇ ਅਕੋਰਡਿੰਗ ਹੀ ਹਰ ਇੱਕ ਨੂੰ ਪਰਸਨਲ ਸਲਾਹ ਦਿੱਤੀ ਜਾ ਸਕਦੀ ਹੈ। ਪਰ ਜਦੋਂ ਮੈਂ ਇਹ ਸਾਰਾ ਸੈਟਅਪ ਦੇਖਿਆ, ਸਮਝਿਆ ਕਿ ਕਿਸ ਤਰੀਕੇ ਦੇ ਮਹਿਕਮੇ ਆ ਜਾਂ ਕੁਐਰੀਜ਼ ਜਿਹੜੀਆਂ ਨੇ ਉਹ ਕਿਸ ਤਰੀਕੇ ਦੀਆਂ ਹੈ, ਤਾਂ ਫਿਰ ਉਹਦੇ 'ਚੋਂ ਕੁਛ ਗੱਲਾਂ ਮੈਨੂੰ ਸਮਝਣ 'ਚ ਪਤਾ ਲੱਗ ਗਈਆਂ ਕਿ ਆਖਰ ਸਟੂਡੈਂਟਸ ਦੀ, ਐਸਪੀਰੈਂਟਸ ਦੀ, ਜਾਂ ਜਿਹੜੇ ਬੱਚੇ ਭਰਤੀ ਹੋ ਰਹੇ ਆ ਉਹ ਕਿਸ ਤਰੀਕੇ ਦੀਆਂ ਦੁਵਿਧਾਵਾਂ 'ਚੋਂ ਲੰਘ ਰਹੇ ਆ। ਠੀਕ ਆ। ਸੋ ਆਪਣੇ ਜਿੰਨਾ ਕੁ ਮੇਰੇ ਕੋਲ ਸਰਕਾਰ ਨਾਲ ਨੂੰ ਸਮਝਣ ਦਾ ਐਕਸਪੀਰੀਅੰਸ, ਆਪਣਾ ਤਜਰਬਾ ਹੈ, ਜਾਂ ਜਿੰਨਾ ਕੁ ਮੈਂ ਇਸ ਸਿਸਟਮ ਨੂੰ ਸਮਝਦਾ, ਉਹਦੇ 'ਚੋਂ ਹੀ ਮੈਂ ਆਪਣੀ ਕੋਈ ਗੱਲ ਕਹੂੰਗਾ। ਇਹ ਸਿਰਫ ਮੇਰੀ ਆਪਣੀ ਨਿੱਜੀ ਸਲਾਹ ਹੋ ਸਕਦੀ ਆ, ਇਹਨੂੰ ਤੁਸੀਂ ਕੋਈ ਅਖੀਰਲੀ ਫਾਈਨਲ ਗੱਲ ਨਾ, ਕਿ ਉਹ ਬਹੁਤ ਸਾਰੀਆਂ ਮਿਥਸ ਜਿਹੜੀਆਂ ਨੇ ਉਹ ਬੱਚੇ ਇੱਕ ਦੂਜੇ ਤੋਂ ਪੁੱਛ ਕੇ, ਕਿਉਂਕਿ ਜੇ ਕੋਈ ਭਰਤੀ ਹੋਇਆ ਹੁੰਦਾ ਉਹ ਆਪਣੀ ਕੰਟੈਕਸਟ 'ਚ ਇੱਕ ਗੱਲ ਸੱਚ ਦੱਸ ਦਿੰਦਾ। ਕਈ ਵਾਰੀ ਜਦੋਂ ਜਿਹੜੇ ਬੱਚੇ ਅੱਜ ਤੋਂ 4 ਸਾਲ 5 ਸਾਲ ਪਹਿਲਾਂ ਭਰਤੀ ਹੋਏ ਆ, 7 ਸਾਲ ਪਹਿਲਾਂ ਭਰਤੀ ਹੋਏ ਆ, ਉਹ ਕਿਸੇ ਵੀ ਮਹਿਕਮੇ 'ਚ ਕੰਮ ਕਰ ਰਹੇ ਆ, ਤਾਂ ਕਈ ਵਾਰੀ ਉਹਨਾਂ ਕੋਲ ਕਿਸੇ ਵੀ ਚੀਜ਼ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਤੁਹਾਨੂੰ ਜਾਣਕਾਰੀ ਗਲਤ ਦਿੱਤੀ ਆ, ਕਈ ਵਾਰੀ ਉਹ ਜਾਣਕਾਰੀ ਸਿਰਫ ਉਹਨਾਂ ਦੇ ਕੰਟੈਕਸਟ 'ਚ ਹੁੰਦੀ ਹੈ, ਅਤੇ ਤੁਸੀਂ ਉਸੇ ਜਾਣਕਾਰੀ 'ਤੇ ਰਿਲਾਈ ਕਰਕੇ ਜਾਂ ਉਹਨਾਂ ਦੀ ਦਿੱਤੀ ਸਲਾਹ 'ਤੇ ਰਿਲਾਈ ਕਰਕੇ ਤੁਸੀਂ ਆਪਣੀਆਂ ਇਸ ਵਾਰ ਦੇ ਪ੍ਰੈਫਰੈਂਸ ਭਰੋਗੇ, ਤਾਂ ਉਹਦੇ ਅਕੋਰਡਿੰਗ ਤੁਹਾਨੂੰ ਫਾਇਦਾ ਜਾਂ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ। ਸੋ ਮੈਂ ਕੁਛ ਮੋਟੀਆਂ ਗੱਲਾਂ ਜਿਹੜੀਆਂ ਮੈਨੂੰ ਪਤਾ ਹੈ ਕਿ ਇਹ ਸਾਰਿਆਂ ਦੀ ਪ੍ਰੋਬਲਮ ਆ, ਉਹਦਾ ਹੱਲ ਕੱਢ ਕੇ ਦੱਸਣ ਲੱਗਾ ਤੁਹਾਨੂੰ ਮੈਂ। ਦੇਖੋ, ਇੱਕ ਆਹ ਚੀਜ਼ ਜਿਹੜੀ ਸਭ ਤੋਂ ਵੱਡਾ ਕੁਐਸਚਨ ਸੀਗਾ ਕਿ ਅਸੀਂ ਇਹ ਹੈੱਡ ਆਫਿਸ 'ਚ ਬਦਲੀ ਕਰਵਾ ਲਈਏ, ਜਾਂ ਹੈੱਡ ਆਫਿਸ 'ਚ ਜਿੱਥੇ ਜਿੱਥੇ ਹੈੱਡ ਆਫਿਸ ਦੀਆਂ ਪੋਸਟਾਂ ਨੇ ਉਹ ਚੱਕ ਲਈਏ, ਕਿਉਂਕਿ ਉੱਥੇ ਕੀ ਹੋਊਗਾ ਜੀ, ਪ੍ਰਮੋਸ਼ਨ ਛੇਤੀ ਆ। ਹੈੱਡ ਆਫਿਸ ਦੀ ਪ੍ਰਮੋਸ਼ਨ ਅਤੇ ਫੀਲਡ ਦੀ ਪ੍ਰਮੋਸ਼ਨ, ਪਹਿਲੀ ਗੱਲ ਇੱਕ ਬੜੀ ਸਿੰਪਲ ਜੀ ਗੱਲ ਆ ਕਿ ਜਦੋਂ ਤੁਸੀਂ ਕਲਰਕ ਦੇ ਪੋਜੀਸ਼ਨ 'ਤੇ ਭਰਤੀ ਹੋਵੋਗੇ ਨਾ, ਤਾਂ ਤਕਰੀਬਨ ਇੱਕ 7-8 ਸਾਲ ਦਾ ਪ੍ਰੋਸੈਸ, ਨੋਰਮਲ ਪ੍ਰੋਸੈਸ ਆ, ਰੂਲਸ ਨਹੀਂ ਕਹਿੰਦੇ, ਪਰ ਇੱਕ ਨੋਰਮਲ ਪ੍ਰੋਸੈਸ ਆ। 6-7-8 ਸਾਲ ਦਾ ਪ੍ਰੋਸੈਸ ਆ ਕਿ ਤੁਹਾਨੂੰ ਸੀਨੀਅਰ ਸਹਾਇਕ, ਜਿਹੜਾ ਕਿ ਆਫੀਸ਼ੀਅਲ ਪੋਸਟ ਆਉਂਦੀ ਹੈ ਕਲਰਕ ਤੋਂ ਬਾਅਦ, ਇੱਕ ਵਿੱਚ ਦਰਮਿਆਨੀ ਜੀ ਪੋਸਟ ਜ਼ਰੂਰ ਹੁੰਦੀ ਹੈ ਜੂਨੀਅਰ ਅਸਿਸਟੈਂਟ ਦੀ, ਉਹਦੇ ਤੋਂ ਬਾਅਦ ਤੁਹਾਨੂੰ ਉੱਥੋਂ ਤੱਕ ਪਹੁੰਚਣ ਦਾ ਮੌਕਾ ਮਿਲਦਾ ਹੈ। ਇਹਦੇ 'ਚ ਕੀ ਹੁੰਦਾ ਹੈ, ਕਈ ਵਾਰੀ ਕੀ ਹੁੰਦਾ ਹੈ ਕਿ ਕਿਸੇ ਮਹਿਕਮੇ 'ਚ ਇਹ ਮੌਕਾ ਬਹੁਤ ਜਲਦੀ ਮਿਲ ਜਾਂਦਾ ਹੈ, ਅਤੇ ਕਿਹੜੇ ਮਹਿਕਮੇ 'ਚ ਇਹ ਮੌਕਾ ਬਹੁਤ ਜਲਦੀ ਮਿਲ ਜਾਣਾ ਹੈ, ਇਹਦੇ ਬਾਰੇ ਜੇ ਤੁਸੀਂ ਕਿਸੇ ਤੋਂ ਸਲਾਹ ਵੀ ਲੈ ਲਓਗੇ ਨਾ, ਤਾਂ ਤੁਸੀਂ ਇਹ ਸਮਝ ਲਓ ਕਿ ਜੇ ਤੁਸੀਂ ਸਪੋਜ਼ ਕਰੋ ਅੱਜ ਕੋਈ ਬੰਦਾ ਕਲੈਰੀਕਲ 'ਚ ਭਰਤੀ ਹੋਇਆ ਹੈ ਅਤੇ ਉਹ ਕਹਿ ਦੇ ਕਿ ਸਾਡੇ ਡਿਪਾਰਟਮੈਂਟ 'ਚ ਹਜੇ ਪ੍ਰਮੋਸ਼ਨ ਆਉਣੀ ਨਹੀਂ, ਤਾਂ ਇਹ ਵੀ ਨਹੀਂ ਪਤਾ ਕਿ ਉਸ ਮਹਿਕਮੇ ਦੇ ਵਿੱਚ ਅੱਜ ਤੋਂ 5 ਦਿਨਾਂ ਬਾਅਦ ਉਹ ਪ੍ਰਮੋਸ਼ਨ ਦਾ ਰਾਹ ਖੋਲ੍ਹ ਦੇਣ। ਸੋ ਕਦੇ ਵੀ ਇਹ ਪਤਾ ਨਹੀਂ ਕੀਤਾ ਜਾ ਸਕਦਾ ਕਿ ਕਿੱਥੇ ਕਦੋਂ ਪ੍ਰਮੋਸ਼ਨਾਂ ਹੋ ਜਾਣ, ਅਤੇ ਕਦੋਂ ਕਿਹੜੇ ਮਹਿਕਮੇ 'ਚ ਤੁਸੀਂ ਬੜਾ ਪਲਾਨ ਕਰਕੇ ਗਏ ਸੀ ਕਿ ਇੱਥੇ ਪ੍ਰਮੋਸ਼ਨ ਜਲਦੀ ਹੋਊਗੀ, ਉੱਥੇ ਪ੍ਰਮੋਸ਼ਨ ਹੋਈ ਨਹੀਂ, ਦੂਜੇ ਪਾਸੇ ਪ੍ਰਮੋਸ਼ਨ ਹੋ ਗਈ। ਇਸ ਕਰਕੇ ਜੇ ਕਿਸੇ ਤੋਂ ਅੰਦਰ ਖਾਤੇ ਪ੍ਰਮੋਸ਼ਨਾਂ ਦਾ ਪਤਾ ਕਰਵਾ ਵੀ ਰਹੇ ਹੋ, ਤਾਂ ਇਸ ਤਰੀਕੇ ਦੀ ਬੇਵਕੂਫੀ ਦਾ ਬਿਲਕੁਲ ਵੀ ਨਾ ਕਰਿਓ, ਨਾ ਹੀ ਕੁਛ ਪਤਾ ਲੱਗਣਾ ਹੈ। ਬਿਕੋਜ਼ ਅਸੀਂ ਬਹੁਤ ਸਾਰੇ ਅੰਦਰ ਬਹੁਤ ਸਾਰੀਆਂ ਪੋਲੀਟਿਕਸ, ਜਾਂ ਕਹਿ ਲਓ ਕਿ ਅੰਦਰ ਬਹੁਤ ਸਿਸਟਮ ਹੁੰਦੇ ਆ ਕਿ ਤੁਸੀਂ ਇਹ ਮੰਨ ਕੇ ਚੱਲੋ ਕਿ ਪਿਛਲੀ ਭਰਤੀ ਬਹੁਤ ਲੇਟ ਹੋਈ ਆ, ਇਹਦਾ ਮਤਲਬ ਉਹਨਾਂ ਦੀ ਪ੍ਰਮੋਸ਼ਨ ਬਹੁਤ ਜਲਦੀ ਪਈ ਹੈ। ਨਹੀਂ, ਕਿਤੇ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮਹਿਕਮੇ 'ਚ ਕੋਈ ਕੋਰਟ ਕੇਸ ਅੜਿਆ ਹੁੰਦਾ ਹੈ। ਕੀ ਪਤਾ ਤੁਸੀਂ ਇਹ ਕਹਿ ਦਿਓ ਕਿ ਅੱਜ ਬੜਾ ਇਸ ਮਹਿਕਮੇ 'ਚ ਬਹੁਤ ਪੁਰਾਣੀ ਭਰਤੀ ਹੋਈ ਆ, ਇੱਥੇ ਜੇ ਅਸੀਂ ਇਸ ਪੋਜੀਸ਼ਨ 'ਤੇ ਲੱਗ ਗਏ ਤਾਂ ਸਾਡੀ ਪ੍ਰਮੋਸ਼ਨ ਬਹੁਤ ਜਲਦੀ ਹੋਊਗੀ। ਕੀ ਪਤਾ ਉੱਥੇ ਕੋਈ ਕਿਸੇ ਇਹੋ ਜਿਹੇ ਕੋਰਟ ਕੇਸ 'ਚ ਤੁਸੀਂ ਅਟਕ ਜਾਓ ਜਿਹਦੇ ਨਾਲ ਕਿ ਬਾਅਦ 'ਚ ਉਹਨਾਂ ਦੇ ਨਾਲ ਤੁਹਾਡਾ ਵੀ ਕੇਸ ਅਟੈਚ ਹੋ ਜੇ, ਪਹਿਲਾਂ ਉਹ ਪ੍ਰਮੋਟ ਹੋਣਗੇ, ਫਿਰ ਤੁਸੀਂ ਪ੍ਰਮੋਟ ਹੋਵੋਗੇ। ਸੋ ਇਸ ਤਰੀਕੇ ਦੀ ਦੁਵਿਧਾ 'ਚ ਬਿਲਕੁਲ ਵੀ ਨਾ ਫਸਿਓ। ਇੱਕ ਦੂਜੀ ਦੁਵਿਧਾ, ਜਿਹੜਾ ਤੁਸੀਂ ਇਹ ਪਤਾ ਕਰਾ ਰਹੇ ਹੋ ਕਿ ਅਸੀਂ ਪਤਾ ਕਰਾਇਆ ਕਿ ਸਾਡੇ ਜ਼ਿਲ੍ਹੇ 'ਚ ਇਸ ਮਹਿਕਮੇ 'ਚ ਪੋਸਟਾਂ ਹੈਗੀਆਂ ਕਿ ਨਹੀਂ ਹੈਗੀਆਂ, ਇਸ ਤਰੀਕੇ ਦਾ ਕੁਛ ਵੀ ਨਹੀਂ ਹੁੰਦਾ। ਬਿਕੋਜ਼ ਜਦੋਂ ਦੇਖੋ, ਇੱਕ ਗੱਲ ਬੜੀ ਕਲੀਅਰ ਆ, ਪੰਜਾਬ ਦੇ ਵਿੱਚ ਇੱਕ ਮਹਿਕਮਾ ਸੀਗਾ ਸਕੂਲ ਐਜੂਕੇਸ਼ਨ ਡਿਪਾਰਟਮੈਂਟ। ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਨੇ ਬਕਾਇਦਾ ਰੂਲਸ ਬਣਾਏ ਸੀਗੇ, ਬਾਰਡਰ ਏਰੀਆ ਰੂਲਸ, ਕਿ ਜਿਹੜੇ ਬੰਦੇ ਫਲਾਣੇ ਏਰੀਏ 'ਚ ਭਰਤੀ ਹੋ ਗਏ ਉਹ ਆਪਣਾ ਜ਼ਿਲ੍ਹਾ ਛੱਡ ਕੇ ਦੂਜੇ ਪਾਸੇ ਨਹੀਂ ਆ ਸਕਦੇ।
ਓਏ ਰੂਲਸ ਤਾਂ ਉੱਥੇ ਸਿਸਟਮ ਹਿੱਲ ਜਾਂਦਾ ਹੈ, ਤੁਹਾਡੇ ਤਾਂ ਕੋਈ ਰੂਲਸ ਵੀ ਹੈ ਨਹੀਂ। ਤੁਸੀਂ ਇੱਕ ਵਾਰ ਜਦੋਂ ਡਿਪਾਰਟਮੈਂਟ 'ਚ ਚਲੇ ਗਏ, ਫਿਰ ਭਾਵੇਂ ਜਿੱਥੇ ਪੋਸਟ ਹੈਗੀ ਆ ਚਾਹੇ ਜਿੱਥੇ ਨਹੀਂ ਹੈਗੀ, ਮਿਊਚੁਅਲ ਤੇ ਬਹੁਤ ਕੁਝ, ਬਹੁਤ ਚੀਜ਼ਾਂ ਅਵੇਲੇਬਲ ਹੁੰਦੀਆਂ ਹੈ। ਠੀਕ ਆ, ਹਰ ਤਰੀਕੇ ਦਾ ਤੰਤਰ, ਮੈਂ ਗਲਤ ਤਰੀਕੇ ਦੀ ਗੱਲ ਨਹੀਂ ਕਰ ਰਿਹਾ, ਸਹੀ ਤਰੀਕੇ ਨਾਲ ਵੀ ਬਹੁਤ ਸਾਰੀਆਂ ਪ੍ਰੋਵੀਜ਼ਨਸ ਤੁਹਾਡੇ ਕੋਲ ਹੁੰਦੀਆਂ ਹੈ ਤੁਹਾਡੇ ਆਪਣੇ ਜ਼ਿਲ੍ਹੇ 'ਚ ਜਾਂ ਆਪਣੇ ਨੇੜੇ ਜੌਬ ਕਰਨ ਦੀਆਂ। ਸਰਕਾਰਾਂ ਵੀ ਸਮੇਂ-ਸਮੇਂ 'ਤੇ ਬਹੁਤ ਸਾਰੀਆਂ ਰਿਲੈਕਸੇਸ਼ਨਸ ਦਿੰਦੀਆਂ ਹੈ, ਸਪੈਸ਼ਲੀ ਗਰੁੱਪ ਸੀ ਦੀਆਂ ਭਰਤੀਆਂ ਨੂੰ, ਕਿ ਇਹਨਾਂ ਨੂੰ ਕਿਤੇ ਬਹੁਤ ਜ਼ਿਆਦਾ ਦੂਰ ਨਾ ਝੱਲਣਾ ਪੈ ਜੇ, ਕਿਉਂਕਿ ਇਹਨਾਂ ਦੀ ਇੰਨੀ ਤਨਖਾਹ, ਇਹਨਾਂ ਦੇ ਇੰਨੇ ਸੰਸਾਧਨ ਹੈ ਨਹੀਂ। ਸੋ ਇਸ ਕਰਕੇ ਇਹੋ ਜਿਹੀਆਂ ਗੱਲਾਂ ਕਿ ਮੈਂ ਅੰਦਰ ਖਾਤੇ ਪਤਾ ਕਰਵਾ ਲਿਆ ਹੈ ਕਿ ਜੀ ਸਾਡੇ ਜ਼ਿਲ੍ਹੇ ਦੇ ਵਿੱਚ ਫਲਾਣੇ ਮਹਿਕਮੇ 'ਚ ਪੋਸਟਾਂ ਨਹੀਂ ਹੈਗੀ, ਇਹ ਦੂਜੀ ਬੇਵਕੂਫੀ ਆ ਜਿਹੜੀ ਤੁਸੀਂ ਕਰ ਰਹੇ ਹੋ, ਤੇ ਇਹਦੇ ਤੋਂ ਵੀ ਬਚਿਓ। ਤੀਸਰੀ ਬੇਵਕੂਫੀ, ਫਲਾਣੀ ਜਗ੍ਹਾ ਤੇ ਕੰਮ ਹੈਗਾ ਹੈ, ਫਲਾਣੀ ਜਗ੍ਹਾ ਤੇ ਕੰਮ ਨਹੀਂ ਗਾ। ਹੁਣ ਜੇ ਫਲਾਣੀ ਜਗ੍ਹਾ ਤੇ ਕੰਮ ਹੈਗਾ, ਫਲਾਣੀ ਜਗ੍ਹਾ ਤੇ ਕੰਮ ਨਹੀਂ ਗਾ, ਇਹ ਤੀਸਰੀ ਬੇਵਕੂਫੀ ਹੈ ਜਿਹੜੀ ਅਸੀਂ ਕਰ ਰਹੇ ਹਾਂ। ਉਹਦੀ ਇੱਕ ਵਜ੍ਹਾ ਹੈ, ਬਿਕੋਜ਼ ਕਲਰਕ ਜਾਂ ਕਲੈਰੀਕਲ, ਜਾਂ ਇਹ ਕਹਿ ਲਓ ਕਿ ਇਸ ਪੱਧਰ ਤੇ ਜਿਹੜਾ ਆਫੀਸਰ ਕੰਮ ਕਰਦਾ ਹੈ, ਕਲੈਰੀਕਲ ਆਫੀਸਰ ਜਿਹੜਾ ਵੀ ਕੰਮ ਕਰ ਰਿਹਾ ਗਰੁੱਪ ਸੀ ਲੈਵਲ ਤੇ, ਉਹਨੂੰ ਹਰ ਮਹਿਕਮੇ 'ਚ ਜਾ ਕੇ ਕੰਮ ਕਰਨਾ ਪੈਣਾ ਹੈ। ਬਿਕੋਜ਼ ਚਾਹੇ ਕੰਮ ਕਾਗਜ਼ੀ ਕਹਿ ਲਓ, ਚਾਹੇ ਕੰਪਿਊਟਰਾਈਜ਼ਡ ਤਰੀਕੇ ਨਾਲ ਹੋ ਰਿਹਾ ਅੱਜ ਦਾ ਕੰਮ ਕਹਿ ਲਓ, ਜਿਸ ਤਰੀਕੇ ਨਾਲ ਸਰਕਾਰਾਂ ਅਵੇਅਰ ਹੁੰਦੀਆਂ ਜਾ ਰਹੀਆਂ ਹੈ। ਮੈਂ ਕਿਸੇ ਪੋਲੀਟੀਕਲ ਪਾਰਟੀ ਦੀ ਸਪੋਰਟ 'ਚ ਨਹੀਂ ਕਹਿ ਰਿਹਾ, ਚਾਹੇ ਪਿਛਲੀ ਸਰਕਾਰ ਸੀ ਚਾਹੇ ਇਹ ਸੀ, ਸਰਕਾਰਾਂ ਕੰਮ ਕਰਨ ਨਾ ਕਰਨ, ਪਰ ਕਲਰਕਾਂ ਨੂੰ, ਕਲੈਰੀਕਲ ਪੋਸਟ 'ਤੇ ਬੈਠਿਆਂ ਨੂੰ ਆਪਣਾ ਕੰਮ ਪੂਰਾ ਕਰਕੇ ਦੇਣਾ ਹੀ ਪੈਂਦਾ ਹੈ। ਅੱਜ ਦੇ ਜ਼ਮਾਨੇ 'ਚ ਕੰਮ ਘਟ ਗਏ ਆ, ਰਿਸਪੌਂਸਿਬਿਲਟੀਜ਼ ਵੱਧ ਗਈਆਂ ਨੇ। ਸੋ ਇਸ ਕਰਕੇ ਤੁਹਾਨੂੰ ਆਪਣੀ ਰਿਸਪੌਂਸਿਬਿਲਟੀ ਨਿਭਾਉਣੀ ਹੀ ਪੈਣੀ ਆ। ਜੇ ਤੁਹਾਡੇ 'ਚੋਂ ਕਿਸੇ ਨੂੰ ਲੱਗਦਾ ਹੈ ਨਾ ਕਿ ਇਹ ਛੋਟਾ ਜਿਹਾ ਵਿਭਾਗ ਆ, ਇਹਦੇ 'ਚ ਤਾਂ ਇਸ ਡਿਪਾਰਟਮੈਂਟ ਦੇ ਤਾਂ ਪੂਰੇ ਪੰਜਾਬ 'ਚ ਇੱਕੋ ਹੀ ਆਫਿਸ ਹੈ, ਇੱਥੇ ਕੋਈ ਕੰਮ ਨਹੀਂ ਹੋਊਗਾ, ਛੋਟੇ ਜਿਹੇ ਡਿਪਾਰਟਮੈਂਟ ਦਾ ਇੱਕੋ ਹੀ ਆਫਿਸ ਆ, ਤਾਂ ਇਹ ਮੰਨ ਕੇ ਚੱਲੋ ਕਿ ਪੂਰੇ ਪੰਜਾਬ ਦਾ ਹੀ ਕੰਮ ਉੱਥੇ 'ਤੇ ਆ ਜਾਊਗਾ। ਛੋਟਾ ਮੋਟਾ ਡਿਪਾਰਟਮੈਂਟ ਦੇਖ ਕੇ ਇਸ ਤਰੀਕੇ ਦਾ ਗਲਤੀ ਨਾ ਕਰਿਓ। ਸੋ ਇਹਨਾਂ ਚੀਜ਼ਾਂ ਤੋਂ ਬਚਿਓ। ਹੁਣ ਤੁਸੀਂ ਕਿਹੜੇ ਤਰੀਕੇ ਦੇ ਡਿਪਾਰਟਮੈਂਟ ਲੈ ਸਕਦੇ ਹੋ, ਕਿਹੜੇ ਤਰੀਕੇ ਦੇ ਡਿਪਾਰਟਮੈਂਟ 'ਚ ਤੁਸੀਂ ਜਾ ਸਕਦੇ ਹੋ, ਕਿਹੜੇ ਤਰੀਕੇ ਦੇ ਡਿਪਾਰਟਮੈਂਟ ਚੁਣਨੇ ਚਾਹੀਦੇ ਆ। ਦੇਖੋ, ਜੇ ਤਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਰਹਿਣਾ ਹੈ, ਠੀਕ ਆ, ਫਿਰ ਤਾਂ ਜਿਹੜਾ ਆਪਾਂ ਨੂੰ ਜਨਰਲ ਐਡਮਿਨਿਸਟ੍ਰੇਸ਼ਨ, ਆਮ ਪ੍ਰਸ਼ਾਸਨ ਵਿਭਾਗ ਆ, ਸ਼ਾਇਦ ਉਹਨੂੰ ਇੰਗਲਿਸ਼ ਪੰਜਾਬੀ 'ਚ ਕਹਿੰਦੇ ਆ ਜਨਰਲ ਐਡਮਿਨਿਸਟ੍ਰੇਸ਼ਨ, ਜਿਹਦੀਆਂ ਕਿ ਸੈਕਟਰੀਏਟ ਦੇ ਵਿੱਚ ਪੋਸਟਾਂ ਨੇ। ਹੋਮ ਡਿਪਾਰਟਮੈਂਟ ਦੀਆਂ ਸੈਕਟਰੀਏਟ ਦੇ ਵਿੱਚ ਪੋਸਟਾਂ ਨੇ, ਤਾਂ ਤੁਸੀਂ ਉਹੋ ਜਿਹੇ ਵਿਭਾਗ ਚੱਕ ਸਕਦੇ ਹੋ। ਜਿੰਨੇ ਵੀ ਡਾਇਰੈਕਟਰੇਟ ਹੈਗੇ ਨੇ, ਠੀਕ ਆ, ਚਾਹੇ ਆਰਕੋਲੋਜੀਕਲ ਵਾਲਾ ਹੈ, ਪੁਰਾਤਨ ਵਿਭਾਗ ਆ, ਇਹ ਸਾਰੇ ਚੰਡੀਗੜ੍ਹ 'ਚ 25 ਸੈਕਟਰ ਤੋਂ ਲੈ ਕੇ ਯੂਨੀਵਰਸਿਟੀ ਦੇ ਨੇੜੇ ਤੇ ਕੁਛ ਸੈਕਟਰ 17 ਸੈਕਟਰ ਦੀਆਂ ਬਿਲਡਿੰਗ ਸ਼ੋਅਰੂਮਾਂ ਦੇ ਉੱਪਰ ਆ। ਤਾਂ ਤਕਰੀਬਨ ਜਿਹੜੇ ਡਾਇਰੈਕਟਰੇਟ ਨੇ, ਉਹ ਸਾਰੀਆਂ ਪੋਸਟਾਂ ਤੁਹਾਨੂੰ ਉੱਥੇ ਮਿਲਣਗੀਆਂ। ਇੱਕ ਤਕਨੀਕੀ ਸਿੱਖਿਆ ਵਿਭਾਗ ਆ, ਉਹਦੇ 'ਚ ਜਿੰਨੀਆਂ ਵੀ ਸਾਡੇ ITIs ਨੇ ਸਾਡੀਆਂ ਸ਼ਹਿਰਾਂ 'ਚ ਖੁੱਲੀਆਂ, ਜ਼ਿਲ੍ਹਿਆਂ 'ਚ ਖੁੱਲੀਆਂ, ਤਹਿਸੀਲਾਂ 'ਚ ਖੁੱਲੀਆਂ, ਉੱਥੇ ਸਾਨੂੰ ਕਲੈਰੀਕਲ ਸਟਾਫ ਚਾਹੀਦਾ ਹੈ। ਉਹ ਆਪੋ ਆਪਣੇ ਜ਼ਿਲ੍ਹੇ 'ਚ ਤੁਹਾਨੂੰ ਮਿਲਣ ਦੀ ਬਹੁਤ ਸੰਭਾਵਨਾ ਹੈ। PWD ਜਿਹੜਾ ਇਹ ਸਾਡਾ ਵਿਭਾਗ ਆ ਜਿਹੜਾ, ਠੀਕ ਆ, ਲੋਕ ਨਿਰਮਾਣ ਵਿਭਾਗ ਪੰਜਾਬੀ 'ਚ ਕਹਿ ਦਿੰਦੇ ਆ, ਉਹ ਪੂਰੇ ਪੰਜਾਬ 'ਚ ਫੈਲਿਆ ਹੋਇਆ ਹੈ। ਉੱਥੇ ਜੇ ਤੁਸੀਂ ਆਪਣੇ ਆਪ ਨੂੰ ਕਰ ਲੈਂਦੇ ਹੋ ਤਾਂ ਬੜੀ ਈਜ਼ਲੀ, ਥੋੜ੍ਹੇ ਜਿਹੇ ਸਮੇਂ ਬਾਅਦ ਤੁਸੀਂ ਬੜੀ ਈਜ਼ਲੀ ਟਰਾਂਸਫਰ ਕਰਾ ਕੇ ਆਪਣੇ ਜ਼ਿਲ੍ਹੇ ਦੇ ਨੇੜੇ ਆ ਸਕਦੇ ਹੋ, ਆਪਣੇ ਘਰ ਦੇ ਨੇੜੇ ਆ ਸਕਦੇ ਹੋ। ਵਾਟਰ ਰਿਸੋਰਸ, ਜਿਹਨੂੰ ਆਪਾਂ ਪੰਜਾਬੀ 'ਚ ਜਲ ਸਰੋਤ ਵਿਭਾਗ ਕਹਿ ਦਿੰਦੇ ਆ, ਉੱਥੇ ਤੁਸੀਂ ਇਹ ਕਰ ਸਕਦੇ ਹੋ। ਠੀਕ ਆ, ਹੁਣ ਇਹਦੇ 'ਚ ਇੱਕ ਜਿਹੜਾ ਦਿੱਤਾ ਹੋਇਆ ਹੈ ਇਹਨਾਂ ਨੇ ਨਗਰ ਨਿਗਮ, ਠੀਕ ਆ। ਹੁਣ ਨਗਰ ਨਿਗਮ ਨੂੰ ਲੈ ਕੇ ਕੋਈ ਸਪੈਸੀਫਾਈ ਨਹੀਂ ਕੀਤਾ ਕਿ ਇਹ ਪੋਸਟਾਂ ਨਗਰ ਨਿਗਮ ਦੇ ਡਿਪਾਰਟਮੈਂਟ ਦੀਆਂ ਹੈ ਕਿ ਅੱਗੇ ਜਿਹੜੀਆਂ ਲੋਕਲ ਬੋਡੀਜ਼ ਨੇ ਪੰਜਾਬ ਦੀਆਂ, ਪਟਿਆਲਾ ਮੁਨਸੀਪਲ, ਪਟਿਆਲਾ ਮੁਨਸੀਪਲ, ਲੁਧਿਆਣਾ ਮੁਨਸੀਪਲ, ਉਹਨਾਂ ਮੁਨਸੀਪੈਲਿਟੀਜ਼ ਦੇ ਵਿੱਚ ਵੀ ਹੋਣਗੀਆਂ। ਕੋਈ ਬਹੁਤਾ ਕਲੈਰਿਟੀ ਹੈ ਨਹੀਂ। ਤਾਂ ਯਾਦ ਰੱਖਿਓ, ਇਹ ਇੱਕ ਕਾਰਪੋਰੇਸ਼ਨ ਆ, ਇਹ ਪੂਰੇ ਦਾ ਪੂਰਾ ਸਰਕਾਰੀ ਅਦਾਰਾ ਨਹੀਂ ਗਾ। ਇਹਨੂੰ ਲੈ ਕੇ ਇਹ ਦੁਵਿਧਾ ਜ਼ਰੂਰ ਹੋ ਸਕਦੀ ਹੈ, ਠੀਕ ਆ। ਤਾਂ ਇਸ ਚੀਜ਼ ਨੂੰ ਲੈ ਕੇ ਤੁਸੀਂ ਡਿਪਾਰਟਮੈਂਟਸ ਤੋਂ ਕਲੈਰਿਟੀ ਲੈ ਸਕਦੇ ਹੋ ਜੇ ਲੈਣੀ ਚਾਹੁੰਦੇ ਹੋ। ਤਾਂ ਮੈਂ ਤਾਂ ਇਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ, ਪਰ ਹਾਂ ਮੈਂ ਤੁਹਾਨੂੰ ਇੰਨਾ ਜ਼ਰੂਰ ਦੱਸ ਦਿੰਦਾ ਕਿ ਨੌਕਰੀ ਸਰਕਾਰੀ ਨੌਕਰੀ ਵਰਗੀ ਆ। ਸਾਰੀ ਸਰਕਾਰੀ ਸਹੂਲਤਾਂ ਉਹੀ ਸਭ ਕਾਰਪੋਰੇਸ਼ਨਾਂ 'ਚ, ਉਹੀ, ਚਾਹੇ ਤੁਸੀਂ ਕਿਸੇ ਬੋਰਡ 'ਚ ਭਰਤੀ ਹੋ ਜਾਓ, ਕਾਰਪੋਰੇਸ਼ਨ 'ਚ ਭਰਤੀ ਹੋ ਜਾਓ, ਚਾਹੇ ਤੁਸੀਂ ਕਿਸੇ ਸਰਕਾਰੀ ਡਿਪਾਰਟਮੈਂਟ, ਜਿਹਨੂੰ ਆਪਾਂ ਪੰਜਾਬੀ 'ਚ ਮਹਿਕਮਾ ਕਹਿ ਦਿੰਦੇ, ਉਹਦੇ 'ਚ ਚਲੇ ਜਾਓ। ਤਾਂ ਜਿਹੜੇ ਬੰਦੇ ਆਪਣੇ ਘਰਾਂ ਦੇ ਨੇੜੇ ਰਹਿਣਾ ਚਾਹੁੰਦੇ ਆ, ਤੇ ਉਹ ਵੱਡੇ ਡਿਪਾਰਟਮੈਂਟ ਚੁਣਨ, ਚਾਹੇ ਤਕਨੀਕੀ ਉਦਯੋਗ ਹੋਵੇ, ਉਸ ਤੋਂ ਵੀ ਉੱਪਰ PWD ਹੋਵੇ, ਜਲ ਸਰੋਤ ਹੋਵੇ, ਠੀਕ ਹੈ, ਐਕਸਾਈਜ਼ ਹੋਵੇ। ਇਹ ਮਹਿਕਮੇ ਜ਼ਿਲ੍ਹਿਆਂ 'ਚ ਸਕੈਟਰਡ ਨੇ, ਵੰਡੇ ਹੋਏ ਨੇ, ਤਾਂ ਇਹ ਜ਼ਿਲ੍ਹਿਆਂ ਤੱਕ ਤੁਹਾਨੂੰ ਇਹਨਾਂ ਦੀ ਈਜ਼ਲੀ ਅਪਰੋਚ ਆ। ਸਕੂਲ ਸਿੱਖਿਆ ਹੋ ਗਈ, ਸਕੂਲ ਸਿੱਖਿਆ ਦੇ ਖੇਤਰੀ ਦਫ਼ਤਰ ਜਿਹੜੇ ਆ ਜ਼ਿਲ੍ਹਿਆਂ ਦੇ ਵਿੱਚ ਬਣੇ ਹੁੰਦੇ ਆ। ਈਵਨ ਕਿ ਅੱਗੇ ਸਕੂਲਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ, 3-3 4-4 ਸਕੂਲਾਂ ਨੂੰ ਇੱਕ ਕਲਰਕ ਮਿਲਿਆ ਹੁੰਦਾ ਹੈ, ਤਾਂ ਉੱਥੋਂ ਦੀ ਇੱਕ ਰਿਸਪੌਂਸਿਬਿਲਟੀ ਉਹਦੀ ਹੁੰਦੀ ਹੈ। ਜਿਹੜੇ ਇੱਕੋ ਜਗ੍ਹਾ 'ਤੇ ਰਹਿਣਾ ਚਾਹੁੰਦੇ ਆ, ਉਹ ਆਪੋ ਆਪਣੇ ਜ਼ਿਲ੍ਹਿਆਂ ਦੇ DC ਦਫ਼ਤਰਾਂ 'ਚ ਬਹਿ ਜਾਣ ਜਾ ਕੇ, ਠੀਕ ਆ। ਕਿਉਂਕਿ ਆਪੋ ਆਪਣੇ ਜ਼ਿਲ੍ਹਿਆਂ ਦੇ DC ਦਫ਼ਤਰਾਂ 'ਚ ਬਹਿਣ ਦਾ ਮਤਲਬ ਆ ਹੱਦ ਤੋਂ ਹੱਦ ਉਸ ਜ਼ਿਲ੍ਹੇ ਦੇ ਅੰਦਰ ਕਿਸੇ ਨੇੜੇ ਤੇੜੇ ਦੀ ਤਹਿਸੀਲ 'ਚ ਭੇਜ ਦੇਣਗੇ। ਉਹ ਵੀ ਤਾਂ ਭੇਜਣਗੇ
ਕਿਸੇ ਦੇ ਨਾਲ ਸ਼ੇਅਰਿੰਗ ਬੇਸਿਸ ਤੇ ਕਰਵਾ ਦਿੰਦੇ ਆ। ਐਡਜਸਟਮੈਂਟ ਬਹੁਤ ਈਜ਼ੀ ਆ, ਠੀਕ ਆ। ਜ਼ਿਲ੍ਹੇ ਦੇ ਲੈਵਲ ਦੇ ਅਫਸਰਾਂ ਦੇ ਹੱਥ 'ਚ ਪਾਵਰ ਹੁੰਦੀ ਆ ਤੇ ਬੜੀ ਸੌਖੀ, ਕਿਉਂਕਿ ਉਹ ਵੀ ਨਹੀਂ ਚਾਹੁੰਦੇ ਕਿ ਇੱਕ ਬੰਦਾ ਹਰਾਸ ਹੋ ਕੇ ਦੂਰੋਂ ਆਵੇ, ਤਾਂ ਤੁਸੀਂ ਆਪਣੇ ਜ਼ਿਲ੍ਹੇ ਦੇ ਦਾਇਰੇ 'ਚ ਹੀ ਵੱਜ ਕੇ ਰਹਿ ਜਾਓਗੇ। ਤਾਂ ਉਹ ਇੱਕ ਉਹਨਾਂ ਲੋਕਾਂ ਵਾਸਤੇ ਸਹੂਲਤ ਆ ਜਿਵੇਂ ਸਪੈਸ਼ਲੀ ਕੁੜੀਆਂ ਵਾਸਤੇ, ਠੀਕ ਆ। ਜੇ ਆਪਣੀ ਜ਼ਿਲ੍ਹੇ ਦੇ DC ਦਫ਼ਤਰ 'ਚ ਮਿਲਦੀ ਆ ਤਾਂ ਉਹਦੇ ਨਾਲ ਦੀ ਕੀ ਰੀਸ ਆ। ਹਾਂ, ਕੰਮ ਜ਼ਰੂਰ ਜ਼ਿਆਦਾ ਕਰਨਾ ਪਊਗਾ। ਕੰਮ ਵਾਲੇ ਪਾਸਿਓਂ ਜੇ ਤੁਸੀਂ ਕਹੋਗੇ ਤਾਂ ਓਬਵੀਅਸ ਜੀ ਗੱਲ ਆ, ਇੱਕ ਜ਼ਿਲ੍ਹੇ ਦਾ ਜਿਹੜਾ DC ਹੁੰਦਾ ਹੈ ਉਹਦੇ ਵਾਸਤੇ ਉਹ ਵਿਚਾਰਾ ਡਿਪਟੀ ਕਮਿਸ਼ਨਰ ਵੀ ਆ, ਉਹ ਤੁਹਾਡਾ ਕਲੈਕਟਰ ਵੀ ਆ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਆ, ਤਾਂ ਤਕਰੀਬਨ ਹੋਰ ਵੀ DC ਸਾਹਿਬ ਕੋਲ ਬਹੁਤ ਸਾਰੇ ਐਕਸ ਆਫੀਸ਼ੀਓ ਚਾਰਜ ਹੁੰਦੇ ਆ। ਤਾਂ ਇਸ ਕਰਕੇ ਤਕਰੀਬਨ ਉਹ ਡਿਪਾਰਟਮੈਂਟ ਬਿਜ਼ੀ ਰਹਿੰਦਾ ਹੈ। ਸੋ ਉਸ ਕੇਸ 'ਚ ਇੱਕ ਚੀਜ਼ ਤਾਂ ਬੜੀ ਸਾਫ਼ ਆ ਤੁਹਾਡੀ ਕਿ ਅੱਗੇ ਦੀ ਤਿਆਰੀ ਤੋਂ ਹੱਥ ਧੋ ਬੈਠੋਗੇ, ਠੀਕ ਆ। ਧਮਕਾ ਨਹੀਂ ਰਿਹਾ ਜਾਂ ਕੁਛ ਕਰ ਨਹੀਂ ਰਿਹਾ, ਬਟ ਇੱਕ ਪ੍ਰੈਸ਼ਰ ਹੁੰਦਾ ਹੈ ਤੇ ਜ਼ਿੰਮੇਵਾਰੀ ਵਾਲੀ ਪੋਸਟ ਆ। DC ਆਫਿਸ ਦੇ ਵਿੱਚ ਕਲਰਕ ਹੋਣਾ ਜਾਂ ਤਹਿਸੀਲ 'ਚ ਕਲਰਕ ਹੋਣਾ ਜਾਂ ਸਬ ਡਿਵੀਜ਼ਨ ਮੈਜਿਸਟ੍ਰੇਟ ਦੇ ਦਫ਼ਤਰ 'ਚ ਕਲਰਕ ਹੋਣਾ, SDM ਦਫ਼ਤਰ 'ਚ ਕਲਰਕ ਹੋਣਾ। ਸੋ ਇੱਥੇ ਇੱਕ ਥੋੜ੍ਹੀ ਜਿਹੀ ਕੰਟਰਾਡਿਕਟ ਹੋ ਸਕਦੀ ਹੈ ਗੱਲ। ਮੈਂ ਇਹ ਨਹੀਂ ਕਹਿੰਦਾ ਕਿ ਬਾਕੀ ਮਹਿਕਮਿਆਂ 'ਚ ਤੁਸੀਂ ਕੰਮਾਂ ਤੋਂ ਭੱਜੋਗੇ, ਪਰ ਬਾਕੀ ਮਹਿਕਮਿਆਂ 'ਚ ਤੁਸੀਂ 5 ਵਜੇ ਤੱਕ ਹੀ ਕੰਮ ਕਰੋਗੇ। ਕੰਮ ਤੋਂ ਬਾਅਦ ਪ੍ਰੈਸ਼ਰ ਘੱਟ ਹੋਊਗਾ। ਤੁਸੀਂ ਅੱਗੇ ਦੀਆਂ ਤਿਆਰੀਆਂ ਜੇ ਕਰ ਰਹੇ ਹੋ ਤਾਂ ਆਪਣੇ ਵਾਸਤੇ ਥੋੜ੍ਹਾ ਜਿਹਾ ਰਿਲੈਕਸਿੰਗ ਮਹਿਕਮਾ ਚੁਣਿਓ। ਰਿਲੈਕਸਿੰਗ ਮਹਿਕਮੇ ਦਾ ਮਤਲਬ ਇਹ ਨਹੀਂ ਕਿ ਉੱਥੇ ਕੋਈ ਕੰਮ ਨਹੀਂ ਹੈਗਾ। ਉੱਥੇ ਐਵੇਂ ਆ ਕਿ ਤੁਸੀਂ ਆਪਣਾ ਕੰਮ ਕਰਨ ਤੋਂ ਬਾਅਦ ਤੁਸੀਂ ਫ੍ਰੀ ਹੋ। ਤੁਹਾਡੇ ਅਫਸਰ ਵੀ ਕਹਿ ਦਿੰਦੇ ਆ ਕਿ ਹਾਂ, ਸਾਨੂੰ ਸਿਰਫ ਤੁਹਾਡੇ ਕੰਮ ਨਾਲ ਮਤਲਬ ਆ, ਕੰਮ ਕੰਪਲੀਟ ਕਰ ਦਿਓ ਸਾਨੂੰ ਵਧੀਆ। ਫਿਰ ਉਸ ਤੋਂ ਬਾਅਦ ਜੇ ਤੁਸੀਂ ਆਪਣਾ ਨਿੱਜੀ ਜ਼ਿੰਦਗੀ 'ਚ ਕੁਛ ਅੱਗੇ ਹੋਰ ਵੀ ਕਰ ਰਹੇ ਹੋ ਤਾਂ ਉਹ ਵੀ ਕਰ ਸਕਦੇ ਹੋ। ਤਾਂ ਇਹ ਵੀ ਇੱਕ ਚੀਜ਼ ਆ। ਹੁਣ ਇਹ ਮੈਂ ਗੱਲ ਤਾਂ ਗੋਲ ਮੋਲ ਕਰਤੀ, ਇਹਦਾ ਹਿੰਟ ਕੀ ਆ ਕਿ ਕਿਹੜੇ ਮਹਿਕਮੇ ਇਹੋ ਜਿਹੇ ਹੁੰਦੇ ਆ। ਇਹਦੇ ਵਾਸਤੇ ਮੈਂ ਕਹਿੰਦਾ ਜਰਨਲ ਜੀ ਗੱਲ ਦੱਸੂਗਾ ਤੁਹਾਨੂੰ ਕਿ ਕਿੱਥੇ ਕੀ ਤੇ ਕਿੱਥੇ ਕੀ। ਜਿੰਨੇ ਵੀ ਟੈਕਨੀਕਲ ਮਹਿਕਮੇ ਹੁੰਦੇ ਆ ਜਿਵੇਂ PWD, ਵਾਟਰ ਸੋਰਸ, ਟੈਕਨੀਕਲ ਮਹਿਕਮਿਆਂ 'ਚ ਜਿਹੜੇ ਨੌਨ ਟੈਕਨੀਕਲ ਪੋਸਟਾਂ ਵਾਲੇ ਲੋਕ ਹੁੰਦੇ ਆ ਨਾ, ਚਾਹੇ ਕਲਰਕ, ਸੀਨੀਅਰ ਸਹਾਇਕ, ਸੁਪਰੀਡੈਂਡੈਂਟ, ਇਹਨਾਂ ਤੇ ਵਰਕਲੋਡ ਥੋੜ੍ਹਾ ਜਿਹਾ ਘੱਟ ਹੁੰਦਾ ਹੈ। ਤੇ ਨੌਨ ਟੈਕਨੀਕਲ ਮਹਿਕਮੇ ਜਿਵੇਂ ਸਪੋਜ਼ ਕਰੋ ਆਪਣੇ ਨੌਨ ਟੈਕਨੀਕਲ ਜਿਵੇਂ ਆਪਣਾ ਜਰਨਲ ਐਡਮਿਨਿਸਟ੍ਰੇਸ਼ਨ, DC ਆਫਿਸ, ਇੱਥੇ ਜੇ ਕੋਈ ਟੈਕਨੀਕਲ ਪੋਸਟ ਆ ਤੇ ਉਹਨਾਂ ਬੰਦਿਆਂ ਨੂੰ ਕੰਮ ਘੱਟ ਹੋਊਗਾ, ਕਿਉਂਕਿ ਇਹ ਕਿਹੜਾ ਉਹਨਾਂ ਦਾ ਸਪੈਸੀਫਿਕ ਮਹਿਕਮਾ ਹੈ। ਹੁਣ ਇੱਕ DC ਦਫ਼ਤਰ ਇੱਕ ਹੈਗਾ ਹੈ, ਕੀ ਪਤਾ ਉੱਥੇ ਕਿਸੇ ਬੰਦੇ ਨੂੰ ਇੱਕ ਨੂੰ SDO ਨੂੰ ਚਾਰਜ ਮਿਲਿਆ ਹੋਵੇ ਕਿ ਇੱਥੋਂ ਦਾ ਸਾਰਾ ਕੁਝ ਇਲੈਕਟ੍ਰੀਸਿਟੀ ਦਾ ਤੂੰ ਦੇਖਣਾ ਹੈ। ਸੇਮ ਜਿਵੇਂ ਇੱਕ ਐਗਜ਼ਾਮਪਲ ਦਿੰਦਾ, ਇੱਕ PSPCL ਆ, ਆਪਣਾ ਬਿਜਲੀ ਬੋਰਡ ਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ। ਮੈਨੂੰ ਯਾਦ ਨਹੀਂ ਸੀ ਆ ਰਿਹਾ ਕਿ ਪੰਜਾਬੀ 'ਚ ਕੀ ਕਹਿਣਾ ਹੈ। ਤਾਂ PSPCL ਆ, ਬਿਜਲੀ ਬੋਰਡ ਆ। ਉੱਥੇ ਜੇ ਕੋਈ ਸਿਵਲ ਇੰਜੀਨੀਅਰ ਨੂੰ ਐਕਸੀਅਨ ਜਾਂ ਚੀਫ ਲਾਇਆ ਹੋਇਆ ਹੈ ਜਾਂ SDO ਹੀ ਲਾਇਆ ਹੋਇਆ ਹੈ, ਉਹ ਵੀ ਸਿਵਲ ਦਾ, ਕਿ ਬਈ ਗ੍ਰਿਡ ਗਰੁੱਡ ਤੂੰ ਦੇਖਣੇ ਆ, ਬਣਾਉਣੇ ਆ, ਤਾਂ ਉਹਦੇ ਤੇ ਓਨਾ ਵਰਕਲੋਡ ਨਹੀਂਗਾ ਜਿੰਨਾ ਇੱਕ ਬਿਜਲੀ ਬੋਰਡ 'ਚ ਇਲੈਕਟ੍ਰੀਸਿਟੀ ਦੇ SDO ਨੂੰ ਹੋਊਗਾ। ਤਾਂ ਜੇ ਤੁਹਾਡਾ ਉਹ ਪੇਰੈਂਟ ਮਹਿਕਮਾ ਨਹੀਂਗਾ ਤਾਂ ਤੁਹਾਡੇ ਤੇ ਥੋੜ੍ਹਾ ਜਿਹਾ ਵਰਕਲੋਡ ਘੱਟ ਹੁੰਦਾ ਹੈ। ਇਸ ਚੀਜ਼ ਨੂੰ ਵੀ ਤੁਸੀਂ ਕੰਸੀਡਰ ਕਰ ਸਕਦੇ ਹੋ। ਜਿਹੜੀਆਂ ਚੀਜ਼ਾਂ ਤੁਸੀਂ ਕੰਸੀਡਰ ਨਹੀਂ ਕਰਨੀਆਂ ਉਹ ਕੀ ਨੇ? ਪਤਾ ਕਰਾਉਣਾ ਕਿ ਮਹਿਕਮੇ 'ਚ ਸਾਡੇ ਜ਼ਿਲ੍ਹੇ 'ਚ ਪੋਸਟ ਹੈਗੀ ਹੈ ਕਿ ਨਹੀਂ, ਠੀਕ ਆ। ਦੂਜਾ, ਪ੍ਰਮੋਸ਼ਨ, ਹੈੱਡਕੁਆਟਰ ਵਰਸਿਸ ਫੀਲਡ, ਐਵੇਂ ਦਾ ਮੈਂ ਕਹਿੰਦਾ ਤੁਸੀਂ ਮੈਂ ਆਪਣੇ ਤੁਹਾਨੂੰ ਐਕਸਪੀਰੀਅੰਸ ਦੱਸ ਸਕਦਾ ਕਿ ਹਾਂ, ਲੋਕ ਮੈਂ ਦੇਖੇ ਆ ਜਿਹੜੇ ਬੜੀ ਚਲਾਕੀ ਦੇ ਨਾਲ ਇਸ ਤਰੀਕੇ ਨਾਲ ਕਲਰਕ ਦੀ ਪੋਸਟ ਰੱਖਦੇ ਆ ਕਿ ਹਾਂ, ਇਸ ਮਹਿਕਮੇ ਦੇ ਵਿੱਚ ਬੜਾ ਚਿਰ ਪਹਿਲਾਂ ਤੋਂ ਕੋਈ ਭਰਤੀ ਨਹੀਂ ਹੋਈ। ਇਹ ਨਹੀਂ ਪਤਾ ਲੱਗਦਾ ਉਹਨਾਂ ਨੂੰ ਕਿ ਵਿੱਚ ਜੇ ਉਹਨਾਂ ਨੇ ਡੈਥ ਕੇਸ ਵਾਲੇ ਕਈ ਰੱਖੇ ਸੀਗੇ, ਜਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਇੱਕ ਕਿਸੇ ਨਾ ਕਿਸੇ ਦਾ ਬੜਾ ਪੁਰਾਣਾ ਬਲੌਕ ਅੜਿਆ ਹੋਇਆ ਸੀਗਾ, ਭਰਤੀ ਹੋਈ ਨਹੀਂ, ਪਰ ਉਹਨਾਂ ਦਾ ਕੋਈ ਪੁਰਾਣਾ ਬਲੌਕ ਅੜਿਆ ਹੋਇਆ ਸੀਗਾ। ਉਹ ਵਿਚਾਰੇ 100 ਕੁ ਜਾਣੇ ਸੀਗੇ, ਉਹਨਾਂ ਦਾ ਕੋਈ ਕੇਸ ਅਟਕਿਆ ਹੋਇਆ ਸੀ, ਉਹ ਕੇਸ ਕਲੀਅਰ ਹੋ ਗਿਆ, ਉਹ ਪ੍ਰਮੋਟ ਕਰਤੇ, ਤੁਸੀਂ ਫੇਰ ਬੜੀ ਮਗਰ ਲੱਗ ਗਏ। ਇਹ ਆ ਚਲਾਕੀਆਂ ਜਿਹੜੀਆਂ ਤੁਸੀਂ ਪਹਿਲਾਂ ਕਰੋਗੇ। ਇਹਨਾਂ ਚਲਾਕੀਆਂ ਨੂੰ ਜਿੰਨਾ ਅਵੋਇਡ ਕਰੋਗੇ, ਬਸ ਮੋਟੀਆਂ ਚੀਜ਼ਾਂ ਦੇਖੋ ਕਿ ਆਪਣੇ ਜ਼ਿਲ੍ਹੇ ਦੇ ਨੇੜੇ ਰਹਿਣਾ ਚਾਹੁੰਦੇ ਹੋ ਤਾਂ ਵੱਡੇ ਮਹਿਕਮੇ ਚੁਣੋ ਜਿਨ੍ਹਾਂ ਦੇ ਮੈਂ ਨਾਂ ਦੱਸੇ ਆ। ਚੰਡੀਗੜ੍ਹ ਜਾਣਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਵਾਲੇ ਮਹਿਕਮੇ ਚੁਣੋ। ਸੈਕਟਰੀਏਟ ਦੇ ਵਿੱਚ, ਚੰਡੀਗੜ੍ਹ ਦੇ ਸੈਕਟਰੀਏਟ 'ਚ ਹੀ ਜਾਣਾ ਚਾਹੁੰਦੇ ਹੋ ਤੇ ਆਮ ਵਿਭਾਗ, ਹੋਮ ਮਿਨਿਸਟਰੀ, ਇਸ ਤਰੀਕੇ ਦੇ ਹੈਵੀ ਮਹਿਕਮੇ ਚੁਣ ਲਓ ਜਿਹੜੇ 3-4 ਸੈਕਟਰੀਏਟ ਦੇ ਮਹਿਕਮੇ ਹੀ ਆ। ਨਾਲ ਦੇ 50 ਜਣੇ ਤੁਹਾਡੇ ਸੈਕਟਰੀਏਟ ਲੱਗੇ ਹੋਣਗੇ ਜਿਹੜੇ ਭਰਤੀਆਂ ਕਰ ਰਹੇ ਆ। ਤੁਸੀਂ ਪੁੱਛ ਲਓ ਕਿ ਸੈਕਟਰੀਏਟ ਦੇ ਇਹਨਾਂ 'ਚੋਂ ਕਿਹੜੇ ਮਹਿਕਮੇ, ਟਿਕ ਲਾਓ, ਕਰਨੌਲਜੀ 'ਚ ਭਰ ਦਿਓ, ਠੀਕ ਆ। ਸੋ ਇਹ ਮੇਰੀ ਸਲਾਹ ਸੀਗੀ ਉਹਨਾਂ ਸਾਰਿਆਂ ਨੂੰ ਜਿਹੜੇ PSSB ਦੀ ਕਾਉਂਸਲਿੰਗ, ਕਿਉਂਕਿ ਓਬਵੀਅਸ ਜੀ ਗੱਲ ਆ, ਸਾਡੇ ਪਲੇਟਫਾਰਮ ਤੋਂ ਵੀ ਬਹੁਤ ਬੱਚੇ ਜਿਨ੍ਹਾਂ ਨੇ ਤਿਆਰੀ ਕੀਤੀ ਆ ਉਹ ਇਸ ਪੋਸਟ ਤੇ ਜਾ ਰਹੇ ਆ ਹੁਣ, ਠੀਕ ਆ। ਤੇ ਮੇਰੀ ਉਹਨਾਂ ਸਾਰਿਆਂ ਨੂੰ ਵਧਾਈ, ਇਕੱਲੇ ਉਹਨਾਂ ਨੂੰ ਨਹੀਂ ਜਿਨ੍ਹਾਂ ਨੇ ਮਾਸਟਰ ਕਲਾਸ ਪਟਿਆਲਾ ਉੱਤੇ ਤਿਆਰੀ ਕੀਤੀ ਆ, ਉਹਨਾਂ ਸਾਰਿਆਂ ਨੂੰ ਵਧਾਈ ਜਿਨ੍ਹਾਂ ਨੇ ਕਿਤਿਓਂ ਵੀ ਤਿਆਰੀ ਕਰਕੇ, ਕਿਤਿਓਂ ਵੀ ਪੜ੍ਹ ਕੇ, ਜਿਵੇਂ ਮਰਜ਼ੀ ਪੜ੍ਹ ਕੇ, ਸੈਲਫ ਸਟੱਡੀ ਕਰਕੇ ਜਿਵੇਂ ਵੀ ਲੱਗੇ ਆ। ਖੁਸ਼ੀ ਹੁੰਦੀ ਹੈ ਕਿ ਚਲੋ ਜਦੋਂ ਤੁਸੀਂ ਫੋਨ ਕਰਕੇ ਇਹ ਦੱਸ ਦਿਓ ਕਿ ਸਰ ਕੀ ਹੋ ਗਿਆ, ਕਰਨੌਲਜੀ 'ਚ ਕਨਫਿਊਜ਼ਨ ਜੀ ਹੋ ਰਹੀ ਹੈ, ਚੰਗੀ ਗੱਲ ਆ। ਇਹੋ ਜਿਹੀ ਕਨਫਿਊਜ਼ਨ ਲਈ ਤਾਂ ਤੁਸੀਂ ਤਰਸਦੇ ਸੀਗੇ ਕਿ ਰੱਬ ਇਹੋ ਜਿਹੀ ਕਨਫਿਊਜ਼ਨ ਪੈਦਾ ਕਰੇ ਕਿ ਪਤਾ ਨਾ ਲੱਗੇ ਕਿ ਕਿਹੜਾ ਮਹਿਕਮਾ ਚੁਣੀਏ, ਕਿਹੜਾ ਛੱਡੀਏ। ਤਾਂ ਪਰਮਾਤਮਾ ਇਹ ਦਿਨ ਬਹੁਤ ਔਖਾ ਲੈ ਕੇ ਆਉਂਦਾ ਹੈ, ਤੇ ਜੇ ਅੱਜ ਤੁਹਾਡੇ ਤੇ ਲੈ ਕੇ ਆਇਆ, ਇਹਨੂੰ ਇੰਜੋਏ ਵੀ ਕਰੋ, ਸਟ੍ਰੈਸ 'ਚ ਨਾ ਰਹੋ, ਠੀਕ ਆ।
ਜਿਹੜਾ ਡਿਪਾਰਟਮੈਂਟ ਤੁਸੀਂ ਚੁਣੋਗੇ ਜਾਂ ਜਿਸ ਮਹਿਕਮੇ 'ਚ ਤੁਸੀਂ ਜਾਓਗੇ ਉਹ ਮਹਿਕਮਾ ਤੁਹਾਡਾ ਚੰਗਾ ਹੀ ਹੋਣ ਵਾਲਾ ਹੈ। ਉਹ ਕੁਛ ਵੀ ਉਸ ਮਹਿਕਮੇ 'ਚ ਕੁਛ ਵੀ ਮਾੜਾ ਨਹੀਂ ਹੋਊਗਾ। ਜੇ ਇੰਨਾ ਤੁਸੀਂ ਆਪਣੇ ਆਪ ਨੂੰ ਸੁਣ ਲਿਆ, ਹੁਣ ਤੁਸੀਂ ਸਰਕਾਰੀ ਨੌਕਰੀ ਤੇ ਜਾ ਰਹੇ ਹੋ, ਅੱਗੇ ਪੇਪਰਾਂ ਦੀ ਤਿਆਰੀ ਵੀ ਤਾਂ ਕਰੋਗੇ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਨੂੰ ਬਾਈਲਿੰਗੁਅਲ 'ਚ ਪੰਜਾਬੀ ਮੀਡੀਅਮ 'ਚ ਅਗਲੀ ਤਿਆਰੀ ਕਰਵਾ ਸਕਦਾ, ਠੀਕ ਆ, ਤੇ ਮੈਨੂੰ ਵੀ ਮੌਕਾ ਦਿਓ ਫਿਰ ਇੱਕ। ਤਾਂ 2 ਮਿੰਟ ਹੈਗੇ ਜੇ ਤੁਹਾਡੇ ਕੋਲ ਤਾਂ IAS PCS ਸਪੈਸ਼ਲੀ PPSC ਵੀ ਸਾਰਾ, ਚਾਹੇ ਤੁਸੀਂ PPSC ਦਾ ਕੋਈ ਵੀ ਚੰਗੇ ਅਦਾਰੇ ਦਾ ਪੇਪਰ ਦੇਣਾ ਹੋਵੇ, ਜੇ ਤੁਹਾਡੇ ਕੋਲ ਸਹੀ ਟਾਈਮ ਹੈਗਾ ਹੈ, ਕਿਉਂਕਿ ਤੁਸੀਂ PSSB ਦੀ ਤਿਆਰੀ ਕਰਕੇ ਜਦੋਂ ਲੱਗੇ ਹੋ ਨਾ ਤਾਂ ਇੱਕ ਦੁਵਿਧਾ ਹੈ। ਹੁਣ PPSC ਦੀ ਤਿਆਰੀ ਵਾਸਤੇ ਤੁਹਾਨੂੰ ਬਹੁਤ ਥੋਰੋਲੀ ਤਿਆਰੀ ਕਰਨੀ ਪਊਗੀ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਵਾਕਈ ਤੁਸੀਂ ਮੇਰੇ ਨਾਲ ਥੋਰੋਲੀ ਤਿਆਰੀ ਕਰਨੀ ਆ, ਠੀਕ ਆ, ਤੁਸੀਂ ਐਪ ਤੇ ਜਾਓ, ਮਾਸਟਰ ਕਲਾਸਿਸ ਪਟਿਆਲਾ ਦੀ ਐਪ, ਤੁਸੀਂ 7708800072 ਤੇ ਕਾਲ ਕਰਕੇ ਵੀ ਪੁੱਛ ਸਕਦੇ ਹੋ। ਜਿੰਨੇ ਕੁ ਤੁਸੀਂ ਹਾਂਡੇ ਵਰਤ ਕੇ ਨੌਕਰੀ ਲਈ ਹੋਈ ਆ, ਤੁਹਾਨੂੰ ਕਿਸੇ ਨੂੰ ਕਾਲ ਕਰਨ ਦੀ ਲੋੜ ਨਹੀਂ, ਠੀਕ ਆ। ਤੁਸੀਂ ਕੀ ਕਰਨਾ ਹੈ, ਮਾਸਟਰ ਕਲਾਸਿਸ ਪਟਿਆਲਾ ਦੀ ਐਪ ਆ ਐਂਡਰੋਇਡ ਤੇ ਆਈਫੋਨ ਤੇ ਮਾਈ ਇੰਸਟੀਟਿਊਟ ਤੇ ORG ਕੋਡ ਆ MVWOG, ਠੀਕ ਆ। ਇਹਦੇ ਤੇ ਜਾ ਕੇ ਜੇ ਤਾਂ ਤੁਸੀਂ PPSC ਨਾਲ ਰਿਲੇਟਡ ਕੋਰਸ ਚਾਹੁੰਦੇ ਹੋ ਤਾਂ ਚੁੱਪ ਕਰਕੇ ਫੁੱਲ ਬੈਚ ਜਿਹੜਾ ਹੈ ਉਹਨੂੰ ਬਾਏ ਕਰ ਸਕਦੇ ਹੋ। ਉਹਦੇ ਚੋਂ ਬੜੇ ਤਰੀਕੇ ਨਾਲ ਸਾਰਾ ਮੈਥਸ, ਕਿਉਂਕਿ ਜਿਵੇਂ ਮੈਂ ਉਹਦੇ 'ਚ ਡਾਟਾ ਇੰਟਰਪ੍ਰੀਟੇਸ਼ਨ ਤੋਂ ਲੈ ਕੇ ਹੈਵੀ ਮੈਥ ਕਰਾਇਆ ਹੈ, ਤੁਸੀਂ ਖੁਦ ਚੰਗੀ ਤਰ੍ਹਾਂ ਦੇਖ ਲਿਓ ਕਿ ਕਿਸ ਕੁਆਲਿਟੀ ਦਾ ਮੈਥਸ ਮੈਂ ਉਹਦੇ 'ਤੇ ਕਰਾਇਆ ਹੈ। YouTube ਤੇ ਮਾਸਟਰ ਕਲਾਸਿਸ ਪਟਿਆਲਾ ਲਿਖੋ, ਵੀਡੀਓਜ਼ ਦੇ ਸੈਕਸ਼ਨ 'ਚ ਜਾਓ, ਡਾਟਾ ਇੰਟਰਪ੍ਰੀਟੇਸ਼ਨ ਦੀ ਵੀਡੀਓ 1 ਘੰਟੇ 40 ਮਿੰਟ ਦੀ, ਉੱਥੋਂ ਆਈਡੀਆ ਲੱਗ ਜਾਊਗਾ ਕਿ ਕਿਸ ਲੈਵਲ ਦੀ ਡਾਟਾ ਇੰਟਰਪ੍ਰੀਟੇਸ਼ਨ ਕਰਾਈ ਹੋਈ ਆ, ਵੈਨ ਡਾਇਗਰਾਮ ਕਿਵੇਂ ਦਾ ਕਰਾਇਆ ਹੈ, ਕਿਸ ਤਰੀਕੇ ਨਾਲ ਮੈਂ ਪੋਲਿਟੀ, ਇਨਵਾਇਰਨਮੈਂਟ, ਟ੍ਰੈਫਿਕ ਲੈਵਲ ਦੀ ਇੱਕ ਵੀਡੀਓ ਪਾਈ ਹੋਈ ਹੈ, ਕਿੰਨੀ ਟੈਕਨੀਕਲ ਸਾਇੰਸ ਨੂੰ ਵਿੱਚ ਕਨਸੈਪਟ ਨੂੰ ਐਡ ਕਰਕੇ ਵੀਡੀਓਜ਼ ਬਣਾ ਰਹੇ ਹਾਂ ਅਸੀਂ, ਠੀਕ ਆ। ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਕੁਆਲਿਟੀ ਨਾਲ ਕੰਪਰੋਮਾਈਜ਼ ਨਾ ਹੋ ਜੇ, ਇਸ ਕਰਕੇ ਕੋਸ਼ਿਸ਼ ਇਹ ਆ ਕਿ ਮੈਂ ਸਾਰਾ ਕੰਟੈਂਟ ਆਪ ਹੀ ਡਿਲੀਵਰ ਕਰਾਂ, ਠੀਕ ਆ। ਗੱਲ ਕਰਦੇ ਆ ਕਿ ਜੇ ਤੁਹਾਡੇ ਚੋਂ ਕਿਸੇ ਨੂੰ ਲੱਗਦਾ ਹੈ ਕਿ ਪ੍ਰੀ ਪਲੱਸ ਮੇਨਸ ਦੀ ਤਿਆਰੀ, ਆਨਸਰ ਰਾਈਟਿੰਗ ਵੀ ਪੰਜਾਬੀ ਮੀਡੀਅਮ 'ਚ ਕਰਨੀ ਆ, ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਮੀਟਿੰਗ ਜਾਂ ਕਾਲ ਮੈਨੂੰ ਟਾਈਮ ਲੈ ਸਕਦੇ ਹੋ। ਤਾਂ ਮੈਂ ਤੁਹਾਨੂੰ ਸਾਰਾ ਜੋ ਵੀ ਸਾਡੇ ਪੰਜਾਬੀ ਮੀਡੀਅਮ 'ਚ ਨੋਟਸ ਨੇ ਉਹ ਵੀ ਦਊਂਗਾ। ਸਾਡੇ ਆਫਲਾਈਨ ਤੇ ਆਨਲਾਈਨ ਸਾਰੀਆਂ ਕਲਾਸਿਸ ਚੱਲ ਰਹੀਆਂ ਨੇ। PPSC ਪਲੱਸ PSSB ਦਾ ਜੇ ਕਿਸੇ ਬੱਚੇ ਨੇ ਆਫਲਾਈਨ ਤਿਆਰੀ ਕਰਨੀ ਹੈ ਨਾ, ਤਾਂ ਉਹਨੂੰ ਤੁਸੀਂ ਪਟਿਆਲੇ ਭੇਜ ਦਿਓ। ਪਟਿਆਲੇ ਕਿੱਥੇ? ਅਰਬਨ ਸਟੇਟ ਫੇਜ਼ 1 ਸਲਾਰੀਆ ਵਿਹਾਰ, ਅਰਬਨ ਸਟੇਟ ਫੇਜ਼ 1 ਸਲਾਰੀਆ ਵਿਹਾਰ ਵਾਲੀ ਮਾਰਕੀਟ, ਉੱਥੇ ਮਾਸਟਰ ਕਲਾਸਿਸ ਪਟਿਆਲਾ। ਤੁਸੀਂ PPSC ਤੇ PSSB ਦੀ ਤਿਆਰੀ ਵੀ ਕਰ ਸਕਦੇ ਹੋ, PCS ਪ੍ਰੀ ਮੇਨਸ ਦੀ ਤਿਆਰੀ ਵੀ ਕਰ ਸਕਦੇ ਹੋ। ਮੀਡੀਅਮ ਆਫ ਆਨਸਰ ਰਾਈਟਿੰਗ ਤੱਕ ਵੀ ਅਸੀਂ ਪੰਜਾਬੀ 'ਚ ਪ੍ਰੋਵਾਈਡ ਕਰਾਉਂਦੇ ਹਾਂ। ਤੇ ਅਸੀਂ ਕਿਵੇਂ ਆਨਸਰ ਰਾਈਟਿੰਗ ਦਿਖਾਉਂਦੇ ਆ, ਤੁਸੀਂ ਸਾਡੇ ਕੋਲ WhatsApp ਤੇ ਕੁਝ ਵੀ ਮੰਗਾ ਸਕਦੇ ਹੋ, ਬੱਚਿਆਂ ਦੇ ਭੇਜੇ ਹੋਏ ਆਨਸਰ ਕੁਝ ਵੀ। ਤੇ ਸਪੈਸ਼ਲੀ ਉਹਨਾਂ ਵਾਸਤੇ ਜਿਹੜੇ ਨੌਕਰੀਆਂ ਤੇ ਲੱਗ ਚੁੱਕੇ ਆ, ਉਹਨਾਂ ਵਾਸਤੇ ਬਹੁਤ ਸੋਹਣੀ ਸਹੂਲਤ ਹੈ, ਠੀਕ ਆ। ਇੱਕ ਵਾਰੀ ਮੌਕਾ ਦੇ ਕੇ ਦੇਖੋ, ਤਜਰਬਾ ਨਾਲ ਕਰਕੇ ਦੇਖੋ। ਬਸ ਗੱਲ ਇੰਨੀ ਕੁ ਕਿ ਇਕੱਲੇ ਜਾਣੇ ਦੇ ਪੜਾਉਣ ਕਰਕੇ ਨਾ ਬਹੁਤ ਜ਼ਿਆਦਾ ਸਮਾਂ ਮੇਰਾ ਲੈਕਚਰਸ ਜਾਂ ਲੈਕਚਰ ਬਣਾਉਣ 'ਚ ਲੰਘ ਜਾਂਦਾ ਹੈ। ਇਸ ਕਰਕੇ ਕਈ ਵਾਰੀ ਬਹੁਤੇ ਸਟੂਡੈਂਟਸ ਨਾਲ ਗੱਲ ਹੋ ਨਹੀਂ ਪਾਉਂਦੀ, ਉਹ ਇੱਕ ਥੋੜ੍ਹਾ ਜਿਹਾ ਖਫਾ ਹੋਣ ਦਾ ਉਹਨਾਂ ਦਾ ਕਾਰਨ ਰਹਿ ਸਕਦਾ ਹੈ। ਬਟ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੰਟੈਂਟ ਵਾਲੇ ਪਾਸਿਓਂ ਮੈਂ ਕਿਸੇ ਨੂੰ ਨਾਰਾਜ਼ ਨਾ ਹੋਣ ਦੇਵਾਂ, ਠੀਕ ਆ। ਬਹੁਤ ਮਿਹਨਤ ਲੱਗਦੀ ਆ, ਛੋਟੀ ਜੀ ਸਾਡੀ ਟੀਮ ਆ, ਹੱਦ 2 ਜਾਣਿਆਂ ਦੀ ਸਾਡੀ ਟੀਮ ਆ, ਠੀਕ ਆ। 2-3 ਜਾਣੇ ਮਿਲ ਕੇ ਅਸੀਂ ਐਫਰਟਸ ਕਰ ਰਹੇ ਹਾਂ ਤੇ ਚਾਹੁੰਦੇ ਹਾਂ ਕਿ ਅਸੀਂ ਚੰਗਾ ਕੰਟੈਂਟ ਜਿਹੜਾ ਹੈ ਉਹ ਤੁਹਾਡੇ ਤੱਕ ਪ੍ਰੋਵਾਈਡ ਕਰਾਈਏ, ਠੀਕ ਆ। ਸੋ ਉਮੀਦ ਕਰਦਾ ਕਿ ਤੁਹਾਨੂੰ ਅੱਜ ਵਾਲੀ ਇਹ ਜਾਣਕਾਰੀ ਤਾਂ ਚਲੋ ਮੇਰੇ ਮੋਟਿਵ ਨਾਲ ਸੀਗੀ, ਆਹ ਜਾਣਕਾਰੀ ਤੁਹਾਨੂੰ ਕਿਸੇ ਨਾ ਕਿਸੇ ਕੰਮ ਦੀ ਲੱਗੀ ਹੋਊਗੀ, ਠੀਕ ਆ। ਜੇ ਲੱਗੀ ਆ ਤਾਂ ਤੁਸੀਂ ਵੱਧ ਤੋਂ ਵੱਧ ਜਾਂ ਤਾਂ ਬਾਕੀ ਸਟੂਡੈਂਟਸ ਨੂੰ ਆਪ ਦੱਸ ਦਿਓ। ਵੈਸੇ ਤਾਂ ਮੈਂ ਕਦੀ ਘੱਟ ਹੀ ਕਹਿੰਦਾ ਕਿ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ, ਬਸ ਇਹ ਉਹਨਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਫੋਨ ਕਰਕੇ ਪੁੱਛਣਾ ਹੈ ਕਿ ਅਸੀਂ ਮਹਿਕਮਿਆਂ ਨੂੰ ਚੁਣਦੇ ਹੋਏ ਕਿਹੜੀ ਗੱਲ ਦਾ ਧਿਆਨ ਰੱਖੀਏ। ਸੋ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ। ਧੰਨਵਾਦ।